ਹੈਲੋ एवरीवन। ਅੱਜ ਦਾ ਆਪਣਾ ਟੌਪਿਕ ਹੈ LSRW ਯਾਨੀ ਕਿ ਲਿਸਨਿੰਗ ਸਪੀਕਿੰਗ ਰੀਡਿੰਗ ਐਂਡ ਰਾਈਟਿੰਗ। ਇਹ ਟੌਪਿਕ ਸਟਾਰਟ ਕਰਨ ਤੋਂ ਪਹਿਲਾਂ ਮੈਂ ਕੱਲ ਦਾ ਟੌਪਿਕ ਥੋੜਾ ਰਿਮਾਈਂਡ ਕਰਵਾ ਦੇਵਾਂ। ਕੱਲ ਆਪਾਂ ਕੀਤਾ ਸੀ ਲਿੰਗੁਇਸਟਿਕਸ, ਫੋਨੋਲੋਜੀ ਐਂਡ ਮੋਰਫੋਲੋਜੀ। ਅਗਰ ਕੱਲ ਦੀ ਕੋਈ ਟੌਪਿਕ ਦੀ ਵੀਡੀਓ ਵੇਖਣਾ ਚਾਹੁੰਦਾ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ, ਤੁਸੀਂ ਉਹਦੇ ਤੇ ਕਲਿੱਕ ਕਰਕੇ ਕੱਲ ਦੀ ਵੀਡੀਓ ਦੇਖ ਸਕਦੇ ਹੋ। ਆਪਣਾ ਅੱਜ ਦਾ ਟੌਪਿਕ ਹੈ LSRW ਯਾਨੀ ਲਿਸਨਿੰਗ ਸਪੀਕਿੰਗ ਰੀਡਿੰਗ ਐਂਡ ਰਾਈਟਿੰਗ। ਇਹ 4 ਦੇ 4 ਕੀ ਹੈ? ਇਹ 4 ਦੇ 4 ਹੈ ਸਕਿੱਲਸ। ਤੁਸੀਂ ਇਸ ਚੀਜ਼ ਦਾ ਸਭ ਤੋਂ ਪਹਿਲਾਂ ਧਿਆਨ ਰੱਖਣਾ ਹੈ ਕਿ ਇਹ ਸਕਿੱਲਸ ਹੈ, ਕਿਉਂਕਿ ਪੇਪਰ ਦੇ ਵਿੱਚ ਕਈ ਵਾਰ ਉਲਝ ਜਾਂਦੇ ਆ ਕਿ ਇਹ ਕੀ ਚੀਜ਼ ਹੈ, ਮੈਥਡ ਹੈ ਜਾਂ ਅਪਰੋਚ ਹੈ, ਕੀ ਹੈ। ਇਹ ਸਕਿੱਲਸ ਹੈ, ਆਪਣੇ ਸਿਲੇਬਸ ਦੇ ਅਕੋਰਡਿੰਗ ਵੀ ਉਹਨਾਂ ਨੇ ਲਿਖਿਆ, ਮੈਂਸ਼ਨ ਕੀਤਾ ਹੋਇਆ ਲਿਸਨਿੰਗ ਸਕਿੱਲ, ਸਪੀਕਿੰਗ ਸਕਿੱਲ, ਰੀਡਿੰਗ ਸਕਿੱਲ ਐਂਡ ਰਾਈਟਿੰਗ ਸਕਿੱਲ। ਇਹ ਪ੍ਰੀਵੀਅਸ ਈਅਰ ਦੇ ਵਿੱਚ ਕੁਐਸਚਨ ਵੀ ਆਇਆ ਹੋਇਆ, ਜਿੱਥੇ ਕਿ ਉਹਨਾਂ ਨੇ ਪੇਪਰ ਦੇ ਵਿੱਚ ਪੁੱਛਿਆ ਹੋਇਆ ਕਿ ਇਹ ਕੀ ਹੈ, ਇਹ ਸਕਿੱਲਸ ਹੈ। ਕਿਉਂਕਿ ਕਈ ਵਾਰ ਆਪਣੇ ਤੋਂ ਮਾਈਨਰ ਚੀਜ਼ਾਂ ਮਾਈਂਡ ਦੇ ਵਿੱਚੋਂ ਸਕਿਪ ਹੋ ਜਾਂਦੀਆਂ ਅਤੇ ਉੱਥੇ ਕੁਐਸਚਨ ਆ ਜੇ ਆਪਣੇ ਤੋਂ ਮਿਸਟੇਕ ਹੋ ਜਾਂਦੀ ਹੈ। ਤਾਂ ਇਹ ਚੀਜ਼ ਹੁਣ ਕਦੇ ਨਹੀਂ ਭੁੱਲਣੀ ਕਿ ਲਿਸਨਿੰਗ ਸਪੀਕਿੰਗ ਰੀਡਿੰਗ ਐਂਡ ਰਾਈਟਿੰਗ 4 ਸਕਿੱਲਸ ਹੈ। ਨੈਕਸਟ ਹੈ ਸ਼ੁੱਡ ਗੋ ਹੈਂਡ ਇਨ ਹੈਂਡ। ਇਹ ਸਾਰੇ ਆਪਸ ਦੇ ਵਿੱਚ ਰਲ ਮਿਲ ਕੇ ਚੱਲਦੇ ਹੈ, ਸਟੈਪ ਬਾਈ ਸਟੈਪ ਚੱਲਦੇ ਹੈ। ਇਹਦੇ ਵਿੱਚ ਨਾ ਕੋਈ ਕਿਸੇ ਤੋਂ ਇਨਫੀਰੀਅਰ ਹੈ ਅਤੇ ਨਾ ਕੋਈ ਸੁਪੀਰੀਅਰ ਹੈ। ਇਹਦੇ ਵਿੱਚ ਆਪਾਂ ਕਿਸੇ ਨੂੰ ਕਿਸੇ ਤੋਂ ਇਨਫੀਰੀਅਰ ਜਾਂ ਸੁਪੀਰੀਅਰ ਨਹੀਂ ਕਵਾਂਗੇ। ਇਹ ਚਾਰੋਂ ਪਾਰਟ ਇੱਕ ਦੂਜੇ ਨਾਲ ਇੰਟਰਕਨੈਕਟਡ ਹੈ ਅਤੇ ਇੱਕ ਤੋਂ ਬਾਅਦ ਇੱਕ ਚੱਲਦੇ ਆ। ਜਿਵੇਂ ਫਸਟ ਸਟੈਪ ਹੈ ਲਿਸਨਿੰਗ। ਬੱਚਾ ਸਭ ਤੋਂ ਪਹਿਲਾਂ ਕੀ ਕਰਦਾ ਹੈ? ਜਦੋਂ ਇੱਕ ਛੋਟਾ ਇਨਫੈਂਟ ਹੈ, ਉਹ ਸਭ ਤੋਂ ਪਹਿਲਾਂ ਲਿਸਨਿੰਗ ਯਾਨੀ ਸੁਣਦਾ ਹੈ, ਫਿਰ ਸਪੀਕਿੰਗ ਕਰਦਾ, ਫਿਰ ਉਹ ਸੁਣ ਕੇ ਬੋਲਣਾ ਸ਼ੁਰੂ ਕਰਦਾ ਹੈ। ਥਰਡ ਸਟੈਪ ਆ ਜਾਂਦਾ ਰੀਡਿੰਗ, ਉਹ ਪੜ੍ਹਨਾ ਸ਼ੁਰੂ ਕਰਦਾ ਹੈ। ਫਿਰ ਲਾਸਟ 'ਤੇ ਰਾਈਟਿੰਗ ਹੈ ਕਿ ਉਹ ਅਖੀਰ ਦੇ ਵਿੱਚ ਲਿਖਣਾ ਸ਼ੁਰੂ ਕਰਦਾ। ਇਹ ਕਦੇ ਨਹੀਂ ਹੁੰਦਾ ਕਿ ਉਹ ਪਹਿਲਾਂ ਲਿਖਣਾ ਸ਼ੁਰੂ ਕਰ ਦੇਵੇ, ਫਿਰ ਪੜ੍ਹਨਾ ਸ਼ੁਰੂ ਕਰੇ, ਫਿਰ ਬੋਲਣਾ ਅਤੇ ਐਂਡ 'ਤੇ ਸੁਣਨਾ। ਇਹ ਇਸੇ ਤਰ੍ਹਾਂ ਹੀ ਸਟੈਪ ਬਾਏ ਸਟੈਪ ਚੱਲਦੇ। ਫਸਟ 'ਤੇ ਲਿਸਨਿੰਗ, ਫਿਰ ਸਪੀਕਿੰਗ, ਫਿਰ ਰੀਡਿੰਗ, ਫਿਰ ਰਾਈਟਿੰਗ। ਇੱਥੋਂ ਤੱਕ ਕਲੀਅਰ ਹੋ ਗਿਆ? ਇਹ ਚੀਜ਼ ਪੂਰਾ ਧਿਆਨ 'ਚ ਰਹਿਣਾ ਚਾਹੀਦਾ। ਇੱਕ ਤਾਂ ਇਹ ਕਿ 4 ਸਕਿੱਲਸ ਹੈ, ਸ਼ੁੱਡ ਗੋ ਹੈਂਡ ਇਨ ਹੈਂਡ ਹੈ, ਨਾ ਕੋਈ ਕਿਸੇ ਤੋਂ ਇਨਫੀਰੀਅਰ ਹੈ ਨਾ ਸੁਪੀਰੀਅਰ ਹੈ, ਕੋਈ ਤੁਲਨਾ ਨਹੀਂ ਇਹਨਾਂ ਦੀ। ਅਤੇ ਹੁਣ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਕਲੀਅਰ ਕਰਾਂਗੇ। ਫਸਟ ਹੈ ਆਪਣੇ ਕੋਲ ਲਿਸਨਿੰਗ। ਲਿਸਨਿੰਗ ਦੇ ਕੀ ਹੈ? ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੁਣਨਾ, ਇਹਦੀਆਂ ਆਪਾਂ ਅੱਜ ਟਾਈਪਸ 'ਤੇ ਗੱਲ ਕਰਾਂਗੇ। ਟਾਈਪਸ ਕਿੰਨੀਆਂ ਇਹਦੀਆਂ? 2 ਹੈ ਕੈਜੂਅਲ ਲਿਸਨਿੰਗ, ਫੋਕਸਡ ਲਿਸਨਿੰਗ। ਕੈਜੂਅਲ ਲਿਸਨਿੰਗ ਕੀ ਹੈ? ਆਮ ਸੁਣਨਾ। This is the type of listening when we listen to someone or some input without any particular purpose। ਸਿੰਪਲ ਲੈਂਗੁਏਜ ਦੇ ਵਿੱਚ ਕਵਾਂ ਤਾਂ ਇਹ ਵਾਲੀ ਲਿਸਨਿੰਗ ਕੈਜੂਅਲ ਲਿਸਨਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਆਮ ਸੁਣਦੇ ਹਾਂ, ਯਾਨੀ ਕਿਸੇ ਨੇ ਕੋਈ ਗੱਲ ਕਹੀ ਅਤੇ ਅਸੀਂ ਸੁਣ ਲਈ। ਉਹਦੇ ਵਿੱਚ ਜ਼ਰੂਰੀ ਨਹੀਂ ਕਿ ਅਸੀਂ ਹਰ ਗੱਲ ਨੂੰ ਫੋਕਸ ਕਰਕੇ ਜਾਂ ਧਿਆਨ ਨਾਲ ਸੁਣੀਏ। ਸੈਕਿੰਡ ਟਾਈਪ ਆ ਜਾਂਦੀ ਆਪਣੇ ਕੋਲ ਫੋਕਸਡ ਲਿਸਨਿੰਗ, ਜਿਹਦੇ ਵਿੱਚ ਅਸੀਂ ਧਿਆਨ ਕੇਂਦਰਿਤ ਕਰਕੇ ਸੁਣਦੇ ਹਾਂ। ਲਿਸਨਿੰਗ ਵੈਨ ਵੀ ਲਿਸਨ ਫॉर ਇਨਫੋਰਮੇਸ਼ਨ ਔਰ ਲਿਸਨਰ ਹੈਵ ਪਰਟੀਕੂਲਰ ਪਰਪਜ਼। ਤੁਸੀਂ ਕਹਿ ਲਓ ਜਦੋਂ ਕਿਸੇ ਸੁਣਨ ਵਾਲੇ ਕੋਲ ਕੋਈ ਪਰਪਜ਼ ਹੈ, ਉਹਨੇ ਕਿਸੇ ਆਪਣੇ ਮਕਸਦ ਲਈ ਕਿਸੇ ਮਤਲਬ ਲਈ ਸੁਣਨਾ ਹੈ, ਤਾਂ ਉੱਥੇ ਕੀ ਹੋਊਗੀ? ਉਹ ਫੋਕਸਡ ਲਿਸਨਿੰਗ ਅੰਡਰ ਆ ਜੂ। ਇਸ ਤੋਂ ਅੱਗੇ ਲਿਸਨਿੰਗ ਦੀਆਂ ਸਬ ਸਕਿੱਲਸ। ਸਬ ਸਕਿੱਲਸ ਕਿਹੜੀਆਂ ਕਿਹੜੀਆਂ? ਸਬ ਸਕਿੱਲਸ 'ਚ ਫਸਟ ਆਪਣੇ ਕੋਲ ਆਈਡੈਂਟੀਫਿਕੇਸ਼ਨ ਔਰ ਡਿਕੋਡਿੰਗ ਸਾਊਂਡਸ। ਇਹਦੇ ਵਿੱਚ ਕੀ ਆਪਣੇ ਕੋਲ ਲਿਸਨਿੰਗ ਇਨਵੋਲਵਸ ਆਈਡੈਂਟੀਫਿਕੇਸ਼ਨ ਔਰ ਡਿਕੋਡਿੰਗ ਦੀਜ਼ ਸਾਊਂਡਸ ਐਂਡ ਅੰਡਰਸਟੈਂਡਿੰਗ ਮੀਨਿੰਗਸ ਬਿਹਾਈਂਡ ਦੈਮ। An important part of this activity is to recognize the differences between sounds। ਇਹਦੇ ਵਿੱਚ ਅਸੀਂ ਕੀ ਕਰਦੇ ਹਾਂ? ਇਹਦੇ 'ਚ ਕਹਿੰਦੇ ਆ ਅਸੀਂ ਜਿਹੜੇ ਵੀ ਸਾਊਂਡ ਸਾਨੂੰ ਸੁਣਾਈ ਦੇ ਰਹੇ ਆ, ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਹਨਾਂ ਦੇ ਵਿੱਚ ਡਿਫਰੈਂਸ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜੋ ਅਸੀਂ ਸੁਣ ਰਹੇ ਹਾਂ ਉਸ ਪਹਿਲੇ ਸ਼ਬਦ ਨਾਲ ਦੂਜੇ ਸ਼ਬਦ ਦਾ ਕੀ ਫ਼ਰਕ ਹੈ। ਇਹਦੇ ਵਿੱਚ ਆ ਜਾਂਦੇ ਸੱਚ ਵਰਡਸ ਵਿੱਚ ਡਿਫਰ ਇਨ ਓਨਲੀ ਵਨ ਸਾਊਂਡ ਆਰ ਕਾਲਡ ਮਿਨੀਮਲ ਪੇਅਰਸ। ਮਿਨੀਮਲ ਪੇਅਰਸ ਦੇ ਵਿੱਚ ਅਕਸਰ ਇਸ ਦੇ ਰਿਲੇਟਡ ਐਗਜ਼ਾਮ ਦੇ ਵਿੱਚ ਕੁਐਸਚਨ ਵੀ ਆਉਂਦਾ। ਮਿਨੀਮਲ ਪੇਅਰ ਕੀ ਹੈ? ਇਹਦੀ ਐਗਜ਼ਾਮਪਲ ਦਿੱਤੀ ਹੋਈ ਕਮ ਗਮ, ਲੀਪ ਲੈਪ, ਸੋ ਔਨ। ਇਹਦੀਆਂ ਅੱਗੇ ਆਪਾਂ ਐਗਜ਼ਾਮਪਲ ਦੇ ਸਕਦੇ ਕੋਈ ਵੀ ਕਮ ਐਂਡ ਗਮ, ਯਾਨੀ ਇਹਨਾਂ ਦੇ ਵਿੱਚ ਬਹੁਤ ਥੋੜ੍ਹਾ ਡਿਫਰੈਂਸ ਹੈ, ਪਰ ਵੇਖਣ ਨੂੰ ਮਤਲਬ ਬੋਲਣ 'ਚ ਆਪਾਂ ਸੁਣੀਏ ਤਾਂ ਕਮ ਗਮ ਹਲਕਾ ਜਿਹਾ ਡਿਫਰੈਂਸ ਹੈ। ਮਿਨੀਮਲ ਪੇਅਰ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਕਿ ਬਹੁਤ ਹਲਕਾ ਡਿਫਰੈਂਸ ਹੈ ਬੋਲਣ ਦੇ ਵਿੱਚ, ਤਾਂ ਇਹ 2 ਪੇਅਰ 'ਚ ਆਉਂਦੇ, ਜਿਵੇਂ ਲੀਪ ਲੈਪ। ਠੀਕ ਹੈ, ਇਸ ਤਰ੍ਹਾਂ ਤੁਸੀਂ ਹੋਰ ਐਗਜ਼ਾਮਪਲ ਵੀ ਸਰਚ ਕਰ ਸਕਦੇ ਹੋ, ਪਰ ਮਿਨੀਮਲ ਪੇਅਰ ਨੂੰ ਤੁਸੀਂ ਫੋਕਸ ਕਰੋ ਕਿਉਂਕਿ ਐਗਜ਼ਾਮ ਦੇ ਵਿੱਚ ਇਸ ਨਾਲ ਰਿਲੇਟਡ ਕੁਐਸਚਨ ਆ ਜਾਂਦਾ। ਅੱਗੇ ਆਪਣੇ ਕੋਲ ਅੰਡਰਸਟੈਂਡਿੰਗ ਸਾਇੰਟੈਕਟਿਕ ਪੈਟਰਨ ਔਰ ਸਟਰਕਚਰਸ। ਇਹ ਕੀ ਆ? ਇਟ ਇਜ਼ ਥਰੂ
comprehension of structures that the listener undercovers and understands the meaning। ਇਸ ਦੇ ਵਿੱਚ ਕੀ ਕਿਹਾ ਗਿਆ, ਯਾਨੀ ਸੈਂਟੈਂਸ ਦੇ ਸਟਰਕਚਰ ਤੋਂ, ਉਹਦੇ ਸਟਰਕਚਰ ਤੋਂ, ਉਹਦੇ ਢਾਂਚੇ ਤੋਂ ਅਸੀਂ ਹਿਸਾਬ ਲਗਾ ਸਕਦੇ ਹਾਂ ਕਿ ਇਹਦੇ ਵਿੱਚ ਕੀ ਕਹਿਣਾ ਚਾਹੁੰਦਾ ਹੈ, ਜੋ ਬੋਲਣ ਵਾਲਾ ਸਪੀਕਰ ਕੀ ਕਹਿ ਰਿਹਾ ਤੇ ਲਿਸਨਰ ਉਹਨੂੰ ਉਸ ਚੀਜ਼ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦਾ। ਜਿਵੇਂ ਇਹਦੇ ਵਿੱਚ ਦੋ ਐਗਜ਼ਾਮਪਲ ਦਿੱਤੀਆਂ। ਫਸਟ ਹੈਗੀ ਯੂ ਕੈਨ ਸੋਲਵ ਦਿਸ ਪ੍ਰੋਬਲਮ, ਸੈਕਿੰਡ ਹੈਗੀ ਹੈ ਕੈਨ ਯੂ ਸੋਲਵ ਦਿਸ ਪ੍ਰੋਬਲਮ। ਹੁਣ ਇਹਦੇ ਵਿੱਚ ਡਿਫਰੈਂਸ ਵੇਖੋ, ਫਸਟ ਕੀ ਆ, ਫਸਟ ਹੈ ਇੱਕ ਸਟੇਟਮੈਂਟ ਅਜ਼ਰਟਿਵ ਸੈਂਟੈਂਸ ਹੈ, ਸੈਕਿੰਡ ਕੀ ਆਪਣੇ ਕੋਲ, ਸੈਕਿੰਡ ਹੈਗੀ ਹੈ ਇੰਟੈਰੋਗੇਟਿਵ। ਆਪਾਂ ਨੂੰ ਇੰਟੈਰੋਗੇਟਿਵ ਦਾ ਕਿੱਥੋਂ ਪਤਾ ਲੱਗਿਆ ਕਿ ਆਪਣੇ ਕੋਲ ਆਗਜ਼ੂਲਰੀ ਨਾਲ ਸੈਕਿੰਡ ਸੈਂਟੈਂਸ ਸਟਾਰਟ ਹੋ ਰਿਹਾ ਕੈਨ ਨਾਲ, ਉੱਥੋਂ ਆਪਾਂ ਨੂੰ ਪਤਾ ਲੱਗਿਆ ਕਿ ਇਹ ਇੰਟੈਰੋਗੇਟਿਵ ਸੈਂਟੈਂਸ ਹੈ। ਠੀਕ ਹੈ, ਇਹਦੇ ਵਿੱਚ ਆਪਾਂ ਯਾਨੀ ਇਹਦੇ ਸਟਰਕਚਰ ਤੋਂ ਸੈਂਟੈਂਸ ਦੇ ਪਤਾ ਕੀਤਾ ਹੈ ਕਿ ਇਹ ਸੈਂਟੈਂਸ ਕਿਹੜਾ ਹੈ, ਅਜ਼ਰਟਿਵ ਹੈ ਜਾਂ ਸੈਂਟੈਂਸ ਇੰਟੈਰੋਗੇਟਿਵ ਹੈ। ਠੀਕ ਹੈ, ਅੱਗੇ ਆਪਣੇ ਕੋਲ ਆਈਡੈਂਟੀਫਾਈਂਗ ਇਨਫੋਰਮੇਸ਼ਨ। ਇਹਦੇ ਵਿੱਚ ਕੀ ਹੈ, ਇਟ ਇਜ਼ ਗੈਟਿੰਗ ਐਟ ਦੀ ਮੀਨਿੰਗ ਬਿਹਾਈਂਡ ਦੀ ਸਪੋਕਨ ਵਰਡ। ਇਹਦੇ ਵਿੱਚ ਅਸੀਂ ਇਨਫੋਰਮੇਸ਼ਨ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਕਿ ਜੋ ਸ਼ਬਦ ਕਿਹਾ ਗਿਆ ਹੈ ਉਹਦੇ ਮਗਰ ਉਹਦਾ ਮੀਨਿੰਗ ਕੀ ਹੈ, ਯਾਨੀ ਕਿ ਉਹਦਾ ਅਰਥ ਕੀ ਹੈ। ਨੈਕਸਟ ਆ ਆਪਣੇ ਕੋਲ ਆਈਡੈਂਟੀਫਾਈਂਗ ਇਮੋਸ਼ਨਲ ਟੋਨ। ਆਈਡੈਂਟੀਫਾਈਂਗ ਇਮੋਸ਼ਨਲ ਟੋਨ ਤੋਂ ਕੀ ਭਾਵ ਹੈ ਕਿ ਅਸੀਂ ਕੋਸ਼ਿਸ਼ ਕਰਦੇ ਅਸੀਂ ਪਤਾ ਕਰਨ ਦੀ ਕਿ ਜੋ ਕਿਹਾ ਗਿਆ ਉਹਦੇ ਪਿੱਛੇ ਕਹਿਣ ਵਾਲੇ ਦੀ ਇਮੋਸ਼ਨ ਭਾਵਨਾ ਕੀ ਹੈ। ਵੇਖੋ, ਇਟ ਇਜ਼ ਬੇਸਡ ਔਨ ਆਈਡੈਂਟੀਫਾਈਂਗ ਇਮੋਸ਼ਨਲ ਟੋਨ, ਯਾਨੀ ਇਹ ਇਸ ਚੀਜ਼ 'ਤੇ ਬੇਸਡ ਹੈ ਕਿ ਅਸੀਂ ਬੋਲਣ ਵਾਲੇ ਦੇ ਭਾਵਨਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਟ ਰੈਫਰਸ ਟੂ ਪਪਿਲਜ਼ ਸੈਂਸਿਟੀਵਿਟੀ ਟੂ ਦੀ ਲੈਂਗੁਏਜ ਯੂਜ਼ਡ ਫॉर ਡਿਫਰੈਂਟ ਪਰਪਜ਼ਜ਼। ਇਸ 'ਚ ਜਿਹੜੇ ਪਪਿਲ ਆ, ਪਪਿਲ ਯਾਨੀ ਕੌਣ ਹੁੰਦੇ ਆ, ਸਟੂਡੈਂਟ। ਸਟੂਡੈਂਟ ਯਾਨੀ ਸਿੱਖਿਆਰਥੀ, ਜਿਵੇਂ ਕਿ ਆਪਾਂ ਸਾਰੇ ਸਿੱਖਿਆਰਥੀ ਹਾਂ। ਉਹਦੇ ਵਿੱਚ ਸਿੱਖਿਆਰਥੀ ਇਸ ਚੀਜ਼ 'ਤੇ ਗੌਰ ਕਰਦਾ ਹੈ ਕਿ ਕਹਿਣ ਵਾਲੇ ਦਾ ਇਹਦੇ ਪਿੱਛੇ ਪਰਪਜ਼, ਉਦੇਸ਼ ਕੀ ਹੈ ਜੋ ਚੀਜ਼ ਉਹਨੇ ਕਹੀ ਹੈ। ਐਗਜ਼ਾਮਪਲ ਦਿੱਤੀ ਅੱਗੇ, ਲੈਂਗੁਏਜ ਯੂਜ਼ਡ ਫॉर ਅ ਸਪੋਰਟਸ ਕਮੈਂਟਰੀ ਇਜ਼ ਕੁਆਇਟ ਡਿਫਰੈਂਟ ਫਰੋਮ ਲੈਂਗੁਏਜ ਯੂਜ਼ਡ ਬਾਏ ਅ ਲਾਇਰ ਇਨ ਦੀ ਕੋਰਟ। ਯਾਨੀ ਕਿ ਜਿਹੜਾ ਕਮੈਂਟਰੀ ਦੇ ਵਿੱਚ ਇੱਕ ਪਲੇਗਰਾਊਂਡ ਦੇ ਵਿੱਚ ਲੈਂਗੁਏਜ ਯੂਜ਼ ਹੁੰਦੀ ਹੈ ਉਹ ਅਲੱਗ ਤਰ੍ਹਾਂ ਦੀ ਲੈਂਗੁਏਜ ਹੁੰਦੀ ਹੈ, ਇੱਕ ਕੋਰਟ ਦੇ ਵਿੱਚ ਜੋ ਲਾਇਰ ਵਕੀਲ ਯੂਜ਼ ਕਰਦੇ ਉਹ ਅਲੱਗ ਤਰ੍ਹਾਂ ਦੀ ਲੈਂਗੁਏਜ ਹੁੰਦੀ ਹੈ। ਇਹ ਸਾਰੇ ਕੇਸ ਕੈਟੇਗਰੀ ਅੰਡਰ ਆਉਂਦੇ ਆਈਡੈਂਟੀਫਾਈਂਗ ਇਮੋਸ਼ਨਲ ਟੋਨ। ਇਮੋਸ਼ਨਲ ਟੋਨ ਦੇ ਯਾਨੀ ਉਹਨਾਂ ਦੀ ਟੋਨ ਅਲੱਗ-ਅਲੱਗ ਹੈ। ਜਿਹੜੇ ਕਿ ਸਪੋਰਟਸ ਦੀ ਕਮੈਂਟਰੀ ਆ ਉਹ ਅਲੱਗ ਟੋਨ 'ਚ ਹੋਊਗੀ ਅਤੇ ਜਿਹੜੀ ਕਿ ਇੱਕ ਕੋਰਟ ਦੇ ਵਿੱਚ ਲੈਂਗੁਏਜ ਯੂਜ਼ ਹੁੰਦੀ ਆ ਉਹ ਅਲੱਗ ਹੋਊਗੀ। ਇੱਥੇ ਹੀ ਆਪਣਾ ਜਿਹੜਾ ਲਿਸਨਿੰਗ ਸਕਿੱਲ ਖਤਮ ਹੁੰਦੀ ਹੈ। ਇਸ ਤੋਂ ਅੱਗੇ ਆਪਾਂ ਕਰਾਂਗੇ ਸਪੀਕਿੰਗ ਸਕਿੱਲ। ਸਪੀਕਿੰਗ ਸਕਿੱਲ ਆਪਾਂ ਨੈਕਸਟ ਕਲਾਸ 'ਚ ਕਵਰ ਕਰਾਂਗੇ ਅਤੇ ਇਸ ਕਲਾਸ ਦੇ ਵਿੱਚ ਇੰਨਾ ਹੀ। ਉਮੀਦ ਹੈ ਕਿ ਤੁਹਾਨੂੰ ਇੰਨਾ ਸਮਝ ਆ ਗਿਆ ਹੋਵੇਗਾ। ਇਸ ਦੇ ਵਿੱਚ ਤੁਸੀਂ ਫੋਕਸ ਕਰਨਾ ਮਿਨੀਮਲ ਪੇਅਰਸ 'ਤੇ ਅਤੇ ਤੁਸੀਂ ਮੇਨਲੀ ਬਸ ਇਹਦੇ ਵਿੱਚੋਂ ਸਿਰਫ ਸਬ ਸਕਿੱਲਸ ਯਾਦ ਰੱਖ ਲਓ, ਟਾਈਪਸ ਐਂਡ ਸਬ ਸਕਿੱਲਸ। ਇਕੱਲੇ ਨੇਮ ਵੀ ਯਾਦ ਰਹਿ ਜਾਂਦੇ ਤਾਂ ਪੇਪਰ ਦੇ ਵਿੱਚ ਤੁਸੀਂ ਈਜ਼ੀਲੀ ਫਾਈਂਡ ਕਰ ਸਕਦੇ ਹੋ। ਹੋਪ ਹੈ ਇੰਨਾ ਤੁਹਾਨੂੰ ਸਮਝ ਆ ਗਿਆ ਹੋਵੇਗਾ। ਬਾਕੀ ਨੈਕਸਟ ਕਲਾਸ 'ਚ ਕਰਦੇ ਹਾਂ। ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ, ਕਮੈਂਟ, ਲਾਈਕ, ਸ਼ੇਅਰ ਕਰਨਾ ਨਾ ਭੁੱਲਿਓ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲੋਂ ਨਾਲ ਮਿਲ ਸਕਣ। ਥੈਂਕਸ।